White-Shafts law ਦਾ ਕਵਰ ਕਰ ਲਿਆ ਸੀ। In the last lecture ਆਪਣੇ White-Shafts law ਦੀਆਂ ਜੋ ਤਿੰਨ ਮੇਨ ਐਪਲੀਕੇਸ਼ਨਸ ਹੈਗੀਆਂ ਸੀ ਬੇਟਾ ਉਹ ਕਵਰ ਹੋ ਗਈਆਂ ਸੀ। ਉਸ ਦੇ ਹੀ ਰਿਲੇਟਡ ਤੁਹਾਡੇ ਡਾਊਟ ਹੈਗੇ ਸੀ, ਸੋ ਜੋ ਤੁਹਾਡੇ ਹੋਮਵਰਕ ਦੇ ਵਿੱਚੋਂ ਹੈਗੇ ਸੀ। ਸੋ ਅੱਜ ਦਾ ਲੈਕਚਰ ਤੁਹਾਡੇ ਡਾਊਟ ਤੋਂ ਸਟਾਰਟ ਹੋ ਰਿਹਾ ਹੈ ਐਂਡ ਉਸ ਤੋਂ ਬਾਅਦ ਕੁਝ ਹੋਰ ਵਧੀਆ ਫਾਰਮੂਲੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਐਂਡ ਐਟ ਦਾ ਐਂਡ ਆਫ ਦਾ ਲੈਕਚਰ ਫਿਰ ਆਪਾਂ ਨੈਕਸਟ ਮਟੀਰੀਅਲ ਵਾਸਤੇ ਬੇਟਾ ਰੈਡੀ ਹੋਵਾਂਗੇ ਜੀ, ਜਿਸ ਮਟੀਰੀਅਲ ਦੇ ਵਿੱਚ ਆਪਣਾ ਮੇਨ ਫੋਕਸ ਅਗੇਨ ਕੁਝ न्यूमेरिकल्स ਦੇ ਉੱਪਰ ਹੋਏਗਾ। ਠੀਕ ਹੈ ਜੀ, ਸੋ ਚਲਿਏ ਤੁਹਾਡੇ ਹੋਮਵਰਕ ਦੇ ਵਿੱਚੋਂ ਸਭ ਤੋਂ ਪਹਿਲਾ ਡਾਊਟ ਜੋ ਪੁੱਛਿਆ ਗਿਆ ਉਹ ਸੋਲਵ ਐਗਜ਼ਾਮਪਲ ਦੇ ਵਿੱਚੋਂ ਸੀ ਬੇਟਾ ਐਂਡ ਸੋਲਵ ਐਗਜ਼ਾਮਪਲ ਕੁਐਸਚਨ ਨੰਬਰ 50। ਸੋ 5th ਸੋਲਵ ਐਗਜ਼ਾਮਪਲ ਇਹ ਸੀ ਤੁਹਾਡਾ ਡਾਊਟ ਬੇਟਾ ਜੀ, ਜੋ ਤੁਸੀਂ ਹੋਮਵਰਕ ਦੇ ਵਿੱਚ WhatsApp ਦੇ ਥਰੂ ਮੈਨੂੰ ਸੈਂਡ ਕੀਤਾ। ਠੀਕ ਹੈ, चलिए सो अगर रेडी हो सारे बच्चे तो एक बार यस सेंड कर दो सो दैट मुझे पता लग जाएगा ऑडियो वीडियो सारा कुछ क्लियर है। ओके ठीक है जी, थैंक यू ब्रह्म, थैंक यू सलोनी, थैंक यू खुशी। चलिए इशिता, तरन, मोजिद, मुस्कान। ओके चलिए सो इस तो बाद नेक्स्ट जो फिर क्वेश्चन नंबर 5th ਜਿਹੜਾ ਹੈਗਾ ਬੇਟਾ ਉਹ ਡਿਸਕਸ ਕਰ। ਸੋ ਕੁਐਸਚਨ ਤੁਹਾਨੂੰ ਇਹ ਕਹਿ ਰਿਹਾ ਸੀ, ਸੋ ਸੇਮ ਕਰੰਟ I is flowing in a three infinitely long current carrying wire like x axis ਦੇ along ਅਗਰ ਕੋਈ ਕਰੰਟ ਕੈਰਿੰਗ ਵਾਇਰ ਹੈ ਤਾਂ ਫਿਰ ਇਸ x axis ਦੇ along ਕਰੰਟ ਕੈਰਿੰਗ ਵਾਇਰ ਦੇ ਕਰਕੇ ਤੁਸੀਂ ਇਸ ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨਾ ਹੈ, ਜਿਸ ਪੁਆਇੰਟ ਦੇ ਕੋਆਰਡੀਨੇਟਸ ਜਿਹੜੇ ਹੈਗੇ ਨੇ ਉਹ ਤੁਹਾਡੇ 0 0 -a ਹੈ। ਠੀਕ ਹੈ, ਐਂਡ ਅਗਰ ਇਹ ਹੈ ਬੇਟਾ ਜੀ ਤਾਂ ਫਿਰ ਇਸ ਕੇਸ ਦੇ ਵਿੱਚ ਹੁਣ ਸਿਰਫ ਤੁਸੀਂ ਇਹ ਦੇਖਣਾ ਵੀ ਅਗਰ ਕਰੰਟ ਤੁਹਾਡਾ ਜਾਂ ਕਰੰਟ ਕੈਰਿੰਗ ਵਾਇਰ ਤੁਹਾਡੀ ਅਲੋਂਗ x ਐਕਸਿਸ ਹੈ ਤੇ ਤੁਸੀਂ ਇਸ ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨਾ ਹੈ, ਤਾਂ ਇਟ ਮੀਨਸ ਆਪਾਂ ਜਦੋਂ ਮੈਗਨੈਟਿਕ ਫੀਲਡ ਦੇ ਲਈ ਫਾਰਮੂਲਾ ਅਪਲਾਈ ਕਰਾਂਗੇ ਵਾਈਟ-ਸ਼ਾਫਟਸ ਲਾਅ ਦੀ ਸੈਕਿੰਡ ਐਪਲੀਕੇਸ਼ਨ ਵਾਲਾ, ਜਿਸ ਦੇ ਵਿੱਚ ਹੁਣ ਆਪਾਂ ਇਹ ਕਿਹਾ ਸੀ ਵੀ ਅਗਰ ਇਹ ਕਰੰਟ ਕੈਰਿੰਗ ਵਾਇਰ ਹੈ ਤਾਂ ਫਿਰ ਇਸ ਦਾ ਇੱਕ ਐਂਡ ਤਾਂ ਫਿਕਸ ਹੈ, ਇਸ ਦਾ ਇੱਕ ਐਂਡ ਫਿਕਸ ਹੈ ਬਿਕੋਜ਼ ਜੋ ਤੁਹਾਡੇ ਓਰੀਜਨ ਦੇ ਉੱਪਰ ਹੋਏਗਾ, ਦੂਸਰਾ ਐਂਡ ਜਿਹੜਾ ਹੈਗਾ ਉਹ ਤੁਹਾਡਾ ਇਨਫਾਈਨਾਈਟ ਦੇ ਉੱਪਰ ਹੈ। ਐਂਡ ਅਗਰ ਇਹ ਹੈ ਤਾਂ ਫਿਰ ਫਾਰਮੂਲਾ ਤੁਹਾਨੂੰ ਪਤਾ ਹੀ ਹੈ ਜੋ ਸੈਕਿੰਡ ਐਪਲੀਕੇਸ਼ਨ ਵਾਲਾ ਹੈਗਾ ਸੀ ਫਰੋਮ ਦਾ ਵਾਈਟ-ਸ਼ਾਫਟਸ ਲਾਅ ਜੀ, ਐਂਡ ਉਹ ਹੈਗਾ ਸੀ ਤੁਹਾਡਾ μ ਨॉट by 4 pi I by a RG into a sin phi 1 plus sin phi 2 वाला। ठीक है, बट इस केस दे विच सो जो डिस्टेंस है वो ਤੁਹਾਡਾ a ਦੇ ਇਕੁਅਲ ਹੈ ਬਿਕੋਜ਼ r ਦੀ ਵੈਲਿਊ ਉਹ a ਦੇ ਇਕੁਅਲ ਕਹਿ ਰਹੇ ਨੇ ਬੇਟਾ, ਐਂਡ ਅਗਰ ਇੱਕ ਐਂਡ ਤੁਹਾਡਾ ਫਿਕਸ ਹੈ ਤੇ ਤੁਸੀਂ ਇਸ ਐਂਡ ਦੇ ਪੈਰਲਲ ਸਪੋਜ਼ ਤੁਹਾਡੀ ਇਹ z ਐਕਸਿਸ ਹੈ ਤਾਂ ਫਿਰ z ਐਕਸਿਸ ਦੇ ਅਲੋਂਗ ਇਸ ਪੁਆਇੰਟ ਦੇ ਉੱਪਰ ਤੁਸੀਂ ਅਗਰ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨਾ ਚਾਹੁੰਦੇ ਹੋ ਤਾਂ ਫਿਰ phi 1 ਦੀ ਵੈਲਿਊ ਜਿਹੜੀ ਆਏਗੀ ਉਹ ਕਿਸ ਦੇ ਇਕੁਅਲ ਆਏਗੀ 0 ਦੇ, ਬਟ ਦੂਸਰਾ ਐਂਡ ਬੇਟਾ ਇਨਫਾਈਨਾਈਟ ਹੈ, ਐਂਡ ਅਗਰ ਇਨਫਾਈਨਾਈਟ ਹੈ ਤਾਂ ਫਿਰ ਇਸ ਕੇਸ ਦੇ ਵਿੱਚ ਦੂਸਰਾ ਐਂਡ ਜੋ ਐਂਗਲ ਬਣਾਏਗਾ ਉਹ ਕਿੰਨਾ ਹੋਏਗਾ 90 ਹੋਏਗਾ, ਐਂਡ ਅਗਰ ਇਹ ਹੋਏਗਾ ਤਾਂ ਫਿਰ ਇਸ ਕਰੰਟ ਕੈਰਿੰਗ ਵਾਇਰ ਦੇ ਕਰਕੇ ਤੁਹਾਡੇ ਇਸ ਪਾਰਟਿਕੂਲਰ ਪੁਆਇੰਟ ਦੇ ਉੱਪਰ ਜੋ ਤੁਹਾਡਾ ਮੈਗਨੈਟਿਕ ਫੀਲਡ ਹੋਏਗਾ ਉਹ ਤੁਹਾਡਾ ਇਸ ਦੇ ਇਕੁਅਲ ਹੋਏਗਾ ਬਿਕੋਜ਼ sin 0 0 ਦੇ ਇਕੁਅਲ sin 90 1 ਦੇ ਇਕੁਅਲ। ਠੀਕ ਹੈ, ਹੁਣ ਇਹਦਾ ਆ ਗਈ ਬੇਟਾ ਜੀ ਵੈਲਿਊ ਤੁਹਾਡੀ ਇਸ ਕਰੰਟ ਕੈਰਿੰਗ ਵਾਇਰ ਦੇ ਕਰਕੇ ਇਸ ਪੁਆਇੰਟ ਦੇ ਉੱਪਰ ਜੀ, ਬਟ ਅਗਰ ਆਪਾਂ ਇਸ ਨੂੰ ਵੈਕਟਰ ਫਾਰਮ 'ਚ ਲਿਖਣਾ ਹੈ ਦੈਨ ਹੁਣ ਦੇਖਿਓ ਬਿਕੋਜ਼ ਯਹੀ ਮੇਨ ਪੁਆਇੰਟ ਸੀ ਇਸ ਕੁਐਸਚਨ ਦਾ ਜੀ, ਅਗਰ ਤੁਸੀਂ ਇਸ ਨੂੰ ਵੈਕਟਰ ਫਾਰਮ 'ਚ ਲਿਖਣਾ ਹੈ ਤਾਂ ਫਿਰ ਵੈਕਟਰ ਫਾਰਮ ਦੇ ਪੁਆਇੰਟ ਆਫ ਵਿਊ ਤੋਂ ਜੀ ਸੋ ਤੁਹਾਡੇ ਜੋ DL ਜੋ ਤੁਹਾਡੀ ਕਰੰਟ ਕੈਰਿੰਗ ਵਾਇਰ ਦਾ ਸਮਾਲ ਐਲੀਮੈਂਟ ਹੋਏਗਾ ਉਹ ਕਿਸ ਐਕਸਿਸ ਦੇ ਅਲੋਂਗ ਹੋਏਗਾ x ਐਕਸਿਸ ਦੇ, ਐਂਡ x ਐਕਸਿਸ ਦੇ ਅਲੋਂਗ ਬੇਟਾ ਜੀ ਕਿਹੜਾ ਯੂਨਿਟ ਵੈਕਟਰ ਹੁੰਦਾ ਹੈ I ਕੈਪ ਹੁੰਦਾ ਹੈ, ਐਂਡ ਤੁਹਾਡਾ ਜੋ ਪੁਆਇੰਟ ਹੈ ਇਹ ਪੁਆਇੰਟ ਤੁਹਾਡਾ ਕਿਸ ਐਕਸਿਸ ਦੇ ਉੱਪਰ ਲਾਈ ਕਰ ਰਿਹਾ ਹੈ -z axis ਦੇ ਉੱਪਰ ਲਾਈ ਕਰ ਰਿਹਾ ਹੈ। ਲੁੱਕ ਐਟ this is -a negative a, ਐਂਡ ਅਗਰ ਇਹ negative a ਹੈ ਤਾਂ ਫਿਰ -x axis ਦੇ ਕਰਕੇ
इस दा यूनिट वेक्टर होना चाहिए है k कैप जी। सो इस नु समझण दी कोशिश करो, ਤੁਹਾਡਾ क्वेश्चन बहुत जल्दी ਤੁਹਾਨੂੰ ਸਮਝ ਆ ਜਾਏਗਾ। ਮੈਂ ਫਿਰ ਰਿਪੀਟ ਕਰ ਰਿਹਾ ਜੀ ਵੀ ਜਦੋਂ ਤੁਸੀਂ ਆਪਣੀ ਮੈਗਨੈਟਿਕ ਫੀਲਡ ਨੂੰ ਵੈਕਟਰ ਫਾਰਮ ਚ ਲਿਖ ਰਹੇ ਹੋ ਤਾਂ ਫਿਰ ਵੈਕਟਰ ਫਾਰਮ ਦੇ ਵਿੱਚ ਬੇਟਾ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਣਾ ਹੈ ਵੀ ਤੁਹਾਡੀ ਜੋ ਕਰੰਟ ਕੈਰਿੰਗ ਵਾਇਰ ਹੈ ਇਹ ਕਿਸ ਐਕਸਿਸ ਦੇ ਅਲੋਂਗ ਹੈ। अगर ਤੁਹਾਡੀ करंट कैरिंग वायर x एक्सिस ਦੇ ਅਲੋਂਗ है तो फिर जो DL होएगा, जो DL होएगा, जो करंट एलिमेंट होएगा वो भी x एक्सिस ਦੇ ਅਲੋਂग होएगा एंड x एक्सिस ਦੇ ਅਲੋਂਗ ਜਿਹੜਾ ਯੂਨਿਟ ਵੈਕਟਰ ਹੁੰਦਾ ਹੈ वो ਤੁਹਾਡਾ i ਕੈਪ ਦੇ ਇਕੁਅਲ ਹੁੰਦਾ ਹੈ। ਇਸ ਤੋਂ ਬਾਅਦ ਫਿਰ ਆਪਾਂ ਇਹ ਦੇਖਦੇ ਹੁੰਨੇ ਆ ਵੀ ਤੁਸੀਂ ਕਿਸ ਪੁਆਇੰਟ ਦੇ ਉੱਪਰ ਮੈਗਨੈਟਿਕ ਫੀਲਡ ਫਾਈਂਡ ਆਊਟ ਕਰਨਾ ਬਿਕॉज जो जनरल फॉर्मूला है ना पॉइंटसेट्स लॉ ਦਾ यू नो वो ये ਹੁੰਦਾ ਸੀ अगर ਤੁਹਾਨੂੰ याद होवे दैट्स ए DL क्रॉस R अपॉन R क्यूब। ठीक है, इट मींस मैं इस कांसेप्ट ਨੂੰ यूज कर रहे हैं। ये नहीं है भी इतने मैं A क्यूब लिख लांगा, अगर A क्यूब लिखांगा तो फिर कैंसिल होके A स्क्वायर ही आ जाएगा ना। मैं तो ਤੁਹਾਨੂੰ ਇਸ ਦੇ ਉੱਪਰ फोकस करवा रहे हैं भी क्रॉस प्रोडक्ट भी B ਦੀ जो डायरेक्शन है वो ਕਿਵੇਂ ਪਤਾ ਲੱਗੇਗੀ। जिस डायरेक्शन ਦੇ ਵਿੱਚ DL है जिस डायरेक्शन ਦੇ ਵਿੱਚ ਵਾਇਰ ਹੈ ਉਸ डायरेक्शन ਦੇ ਵਿੱਚ DL ਹੋਏਗਾ ਐਂਡ वो डायरेक्शन ਤੁਹਾਡੀ x एक्सिस है, x एक्सिस ਦੇ ਅਲੋਂਗ ਜਿਹੜਾ ਯੂਨਿਟ ਵੈਕਟਰ ਹੈ वो ਤੁਹਾਡਾ i कैप है एंड जो r कैप वेक्टर है बेटा जी, जो r वेक्टर है वो ਤੁਹਾਡੀ पोजीशन है पॉइंट ਦੀ एंड ਤੁਹਾਡੇ पॉइंट ਦੀ पोजीशन z एक्सिस ਦੇ ਅਲੋਂਗ नहीं माइनस z एक्सिस ਦੇ ਅਲੋਂग है एंड माइनस z एक्सिस ਦੇ ਅਲੋਂग ਜਿਹੜਾ ਯੂਨਿਟ ਵੈਕਟਰ ਹੋਏਗਾ वो क्या होएगा माइनस k कैप होएगा। अगर ये होएगा तो फिर x एक्सिस दी वायर दे करके जो मैग्नेटिक फील्ड आएगा वो ओवरऑल किस दे इक्वल आएगा भी बिकॉज i क्रॉस k, i कैप j कैप k कैप एंड यू नो अगर ਆਪਾਂ एंटी क्लॉकवाइज प्रोडक्ट देखते हैं तो फिर आंसर ਤੁਹਾਡਾ पॉजिटिव ਆਉਂਦਾ है। अगर ਆਪਾਂ क्लॉकवाइज देखते ਹੁੰਨੇ ਆ ਤਾਂ ਆंसर ਤੁਹਾਡਾ नेगेटिव ਆਉਂਦਾ है। इट मींस अगर तुसी i क्रॉस a करोगे then ਤੁਹਾਡਾ आंसर आएगा माइनस j एंड अगर i क्रॉस k ਦਾ आंसर माइनस j है तो फिर एक नेगेटिव ऑलरेडी बेटा ਤੁਹਾਡਾ विद इन द ब्रैकेट है। इट मींस नेगेटिव इनटू नेगेटिव क्या बन जाएगा पॉजिटिव बन जाएगा। सो ये है ਤੁਹਾਡਾ मैग्नेटिक फील्ड इस पॉइंट ਦੇ ਉੱਪਰ ड्यू टू दिस करंट कैरिंग वायर जो ਤੁਹਾਡੀ x एक्सिस ਦੇ अलोंग है। अगर मैं हुन y एक्सिस दे अलोंग चलना तो फिर y एक्सिस दी जो वायर दा मैग्नेटिक फील्ड होएगा वो सारा कुछ एज इट इज बिल्कुल सेम स्टेप बट हुन y एक्सिस है एंड y एक्सिस दे ऊपर जो यूनिट वेक्टर होएगा वो क्या होएगा j कैप एंड ਤੁਹਾਡਾ पॉइंट दा k कैप दा k कैप ही रहा बेटा जी एंड j क्रॉस k किदे इक्वल हुंदा है पॉजिटिव i दे एंड ड्यू टू दिस नेगेटिव सो ਤੁਹਾਡੀ y एक्सिस ਦਾ जो मैग्नेटिक फील्ड बनेगा इस केस दे विच वो बनेगा म्यू नॉट बाय 4 पाई i इनटू माइनस a i कैप। सो ये है बेटा जी मैग्नेटिक फील्ड ਤੁਹਾਡਾ y एक्सिस दी करंट कैरिंग वायर दे करके इस पॉइंट दे ऊपर एंड दिस इज द मैग्नेटिक फील्ड एट योर पॉइंट ड्यू टू ए करंट कैरिंग वायर जो ਤੁਹਾਡਾ अलोंग x एक्सिस है किसी। ठीक है बेटा जी एंड अगर ये है तो फिर नेट मैग्नेटिक फील्ड ਜਿਹੜਾ ਹੋਏਗਾ इस केस ਦੇ ਵਿੱਚ वो bx वेक्टर एंड प्लस by वेक्टर दोनों ਨੂੰ बेटा ਤੁਸੀਂ ऐड कर लियो देन अगर ਤੁਹਾਡੇ सामने ਤੁਹਾਡੀ बुक है बिकॉज उम्मीद करदा जे डाउट डिस्कस कर रहे हो तो फिर बुक तो ਤੁਹਾਡੇ सामने होएगी ही है ना। सो अगर ਤੁਹਾਡੀ बुक ਤੁਹਾਡੇ सामने है तो फिर ਤੁਸੀਂ बुक ਦਾ आंसर देख सकते हो एंड बुक ਦਾ आंसर ਤੁਹਾਡਾ यही है इट्स a mu naught by 4 pi i by a into your j cap minus i cap। सो ये है बेटा ये ਤੁਹਾਡਾ आंसर। रीजन इस आंसर ਦਾ क्या है एंड क्लियर कट एक पार्ट ਤੁਹਾਡੇ सामने मैं शेयर करने की कोशिश की है जो ਤੁਹਾਡੇ सामने पहला x एक्सिस ਦੇ वायर ਦਾ अपना जे मैग्नेटिक फील्ड देखना है तो फिर x एक्सिस दी वायर दा यूनिट वेक्टर i कैप ਤੁਸੀਂ जिस पॉइंट ਦੇ ਉੱਪਰ मैग्नेटिक फील्ड फाइंड आउट करना है वो ਤੁਹਾਡਾ k कैप बट ये नेगेटिव है तो माइनस k कैप i क्रॉस k ਤੁਹਾਡਾ जो होएगा वो माइनस j नेगेटिव इनटू नेगेटिव पॉजिटिव हो गया। सेम कांसेप्ट y एक्सिस दी वायर ते लगाओ नेट मैग्नेटिक फील्ड ਤੁਹਾਡਾ ये आ जाएगा। सो ये है बेटा ये आंसर। इस तो पहले नेक्स्ट मूव करा उस तो पहले जी सो अगर कोई डाउट होएगा देन हुनी पूछ सकते हो। अगर सारा कुछ क्लियर है तो फिर ठीक है जी फिर अपन नेक्स्ट डाउट दे ऊपर आने हैं। बट अगर फिर भी डाउट है तो इवनिंग आज मैं फिर 6 to 7 अपने इंस्टीट्यूट ਦੇ ਵਿੱਚ ਹੋਊਂਗਾ। ਕੱਲ ਵੀ ਨੰਬਰ ਆਫ ਸਟੂਡੈਂਟਸ ਮੇਰੇ ਇੰਸਟੀਚਿਊਟ ਦੇ ਵਿੱਚ ਆ ਕੇ ਕੋਈ ਰੂਲ ਸਮਝ ਕੇ ਗਿਆ, ਕੋਈ ਆਪਣੀ ਡੈਰੀਵੇਸ਼ਨ ਸਮਝ ਕੇ ਗਿਆ,
कोई स्टूडेंट आके अपने न्यूमेरिकल ਨੂੰ ਸਮਝ ਕੇ ਗਿਆ ਸੋ ਬਹੁਤ ਵਧੀਆ ਲੱਗਿਆ ਕੱਲ ਈਵਨਿੰਗ ਦੇ ਵਿੱਚ ਨੰਬਰ ਆਫ ਸਟੂਡੈਂਟਸ ਮੇਰੇ ਇੰਸਟੀਚਿਊਟ ਦੇ ਵਿੱਚ ਆਏ 6 to 7 ਵਾਲੇ ਬੈਚ ਦੇ ਵਿੱਚ ਐਂਡ ਉਹਨਾਂ ਨੇ ਆਕੇ ਆਰਾਮ ਦੇ ਨਾਲ ਆਪਣੇ ਡਾਊਟ ਆਪਣੇ ਰੂਲ ਆਪਣੇ ਫਾਰਮੂਲੇ ਸਮਝੇ बढ़िया लगा है जी एंड वो बच्चे भी खुश होके गए बिकॉज यही अपना टारगेट है हौली हौली ਆਪਾਂ ਹੁਣ ਆਫਲਾਈਨ ਕਲਾਸਿਸ ਵੱਲ ਵਧ ਰਹੇ ਹਾਂ ਜੀ ਸੋ ਕੋਸ਼ਿਸ਼ ਇਹੀ ਹੈ ਬਹੁਤ ਜਲਦੀ ਆਪਾਂ ਕੁਝ ਸਟਰੈਂਥ ਥੋੜੀ ਜਿਹੀ ਮਿਨੀਮਮ ਰੱਖ ਕੇ ਉਸ ਤੋਂ ਬਾਅਦ ਬੈਚਸ ਵਧਾ ਕੇ ਤੇ ਆਪਾਂ ਕੋਸ਼ਿਸ਼ ਕਰਾਂਗੇ ਬਾਕੀ ਆਲ ਡਿਪੈਂਡਸ ਔਨ ਦਾ ਅਦਰ ਟੀਚਰ ਆਫ ਬਠਿੰਡਾ ਸੋ ਬਠਿੰਡਾ ਦੇ ਬਾਕੀ ਟੀਚਰਸ ਦੇ ਉੱਪਰ ਵੀ ਡਿਪੈਂਡ ਕਰਦਾ ਬਿਕੋਜ਼ ਮੈਂ ਇਕੱਲਾ ਹੀ ਬੇਟਾ ਐਕਸ਼ਨ ਨਹੀਂ ਲੈ ਸਕਦਾ ਸੋ ਜਿਸ ਤਰ੍ਹਾਂ ਬਾਕੀ ਬਠਿੰਡਾ ਦੇ ਟੀਚਰਸ ਜਿਸ ਵੇ ਨਾਲ ਹੁਣ ਹੌਲੀ ਹੌਲੀ ਕਰ ਰਹੇ ਨੇ 10-10 12-12 ਸਟੂਡੈਂਟਸ ਦਾ ਬੈਚ ਬਣਾ ਕੇ ਫਿਰ ਅੱਗੇ ਚੱਲ ਰਹੇ ਨੇ ਸੋ ਕੁਝ ਉਸ ਤਰ੍ਹਾਂ ਦਾ ਪਲਾਨ ਕਰਨ ਦੀ ਕੋਸ਼ਿਸ਼ ਮੈਂ ਵੀ ਕਰ ਰਿਹਾ ਜੀ ਬਟ ਉਸ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਟਾਈਮ ਹੈ ਵਧੀਆ ਹੈ ਨਾ 6 to 7 ਵਾਲਾ ਸੋ ਅਗਰ ਕੋਈ ਡਾਊਟ ਹੈ ਇਸ ਕੁਐਸਚਨ ਦੇ ਵਿੱਚ ਹਲੇ ਵੀ ਰਹਿ ਗਿਆ ਹੋਵੇ ਦੁਬਾਰਾ ਸਮਝਣਾ ਹੋਵੇ ਮੋਸਟ ਵੈਲਕਮ ਇਨ ਦਾ ਈਵਨਿੰਗ 6 to 7 ਮੈਂ ਆਪਣੇ ਇੰਸਟੀਚਿਊਟ ਦੇ ਵਿੱਚ ਹੋਵਾਂਗਾ ਠੀਕ ਹੈ ਬੇਟਾ ਜੀ ਚਲਿਏ ਫਿਰ ਨੈਕਸਟ ਆਗੇ